हाँ जी सत श्री अकाल जी साਰਿਆਂ ਨੂੰ। ਸੋ ਪੰਜਾਬ ਮੇਡ ਵੀ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਡਾਲਰ ਕਿਵੇਂ ਦੁਨੀਆ ਦਾ ਸਭ ਤੋਂ ਵੱਡਾ ਰਾਜਾ ਬਣ ਗਿਆ ਤੇ ਅਮਰੀਕਾ ਦਾ ਮਿਡਲ ਈਸਟ ਤੇ ਹਮਲਾ ਕਰਨ ਦਾ ਕਾਰਨ ਤੇਲ ਦਾ ਵਪਾਰ ਨਹੀਂ ਹੈ। ਤੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਇਸ ਵੀਡੀਓ ਦੇ ਪਿਛਲੇ 2 ਪਾਰਟ ਨਹੀਂ ਦੇਖੇ ਤਾਂ ਪਹਿਲਾਂ ਉਹਨਾਂ ਨੂੰ ਜ਼ਰੂਰ ਦੇਖ ਕੇ ਆਇਓ ਤਾਂ ਜੋ ਤੁਹਾਨੂੰ ਪੂਰੀ ਗੇਮ ਦੀ ਚੰਗੀ ਤਰ੍ਹਾਂ ਸਮਝ ਆ ਸਕੇ ਤੇ ਉਹਨਾਂ ਦੋਨਾਂ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਣਗੇ। ਤੇ ਜੇਕਰ ਤੁਸੀਂ ਉਹ 2 ਪਾਰਟ ਦੇਖ ਲਏ ਨੇ ਤਾਂ ਅੱਗੇ ਆਪਾਂ ਇਹ ਵੀਡੀਓ ਸਟਾਰਟ ਕਰਦੇ ਹਾਂ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸਾਨੂੰ ਜ਼ੈਪ ਕੰਪਨੀ ਵੱਲੋਂ ਇੱਕ ਬਹੁਤ ਹੀ ਕਮਾਲ ਦੀ ਚੀਜ਼ ਭੇਜੀ ਗਈ ਹੈ ਜੋ ਕਿ ਅੱਜ ਦੇ ਸਮੇਂ ਵਿੱਚ ਬਹੁਤ ਹੀ ਖਾਸ ਚੀਜ਼ ਹੈ ਤੇ ਇਹ ਚੀਜ਼ ਦੇ ਬਹੁਤ ਹੀ ਕਮਾਲ ਦੇ ਫਾਇਦੇ ਨੇ। ਬੇਸ਼ੱਕ ਉਹ ਕਿਸੇ ਏਟੀਐਮ ਤੋਂ ਪੈਸੇ ਕਢਾਉਣੇ ਹੋਣ ਜਾਂ ਫਿਰ ਕਿਸੇ ਡੋਰ ਨੂੰ ਖੋਲਣਾ ਹੋਵੇ ਜਾਂ ਫਿਰ ਕੋਈ ਚੀਜ਼ ਨੂੰ ਕੈਰੀ ਕਰਨਾ ਹੋਵੇ, ਸਾਰੇ ਕੰਮ ਅਸੀਂ ਬਿਨਾਂ ਟੱਚ ਕਰੇ ਤੋਂ ਇਸ ਨਾਲ ਕਰ ਸਕਦੇ ਹਾਂ। ਤੇ ਵੈਸੇ ਵੀ ਅਸੀਂ ਜ਼ਿਆਦਾਤਰ ਥਾਵਾਂ ਤੇ ਅੱਜਕੱਲ ਹੱਥ ਲਾਉਣਾ ਜਾਂ ਟੱਚ ਕਰਨਾ ਅਵੋਇਡ ਕਰਦੇ ਹਾਂ, ਉਹਨਾਂ ਥਾਵਾਂ ਤੇ ਸਾਨੂੰ ਇਹ ਚੀਜ਼ ਦਾ ਯੂਜ਼ ਬਹੁਤ ਹੀ ਵਧੀਆ ਸਾਬਤ ਹੋ ਸਕਦਾ ਹੈ। ਤੇ ਇਸ ਕਮਾਲ ਦੀ ਚੀਜ਼ ਨੂੰ ਖਰੀਦਣ ਲਈ ਤੁਹਾਨੂੰ ਇਸ ਦਾ ਲਿੰਕ ਡਿਸਕ੍ਰਿਪਸ਼ਨ 'ਚ ਮਿਲ ਜਾਵੇਗਾ। ਤਾਂ ਅੱਗੇ ਆਪਾਂ ਇਹ ਵੀਡੀਓ ਸਟਾਰਟ ਕਰਦੇ ਹਾਂ। ਤੇ ਹੁਣ ਤੁਹਾਨੂੰ ਇਹ ਤਾਂ ਪਤਾ ਲੱਗ ਚੁੱਕਿਆ ਕਿ ਪੈਸੇ ਦੀ ਸ਼ੁਰੂਆਤ ਸੇਠ ਲੋਕਾਂ ਨੇ ਰਸੀਦ ਵੰਡ ਕੇ ਕੀਤੀ ਸੀ ਤੇ ਉਸ ਸਮੇਂ ਇਹਨਾਂ ਨੂੰ ਸੇਠ ਲੋਕ ਕਹਿੰਦੇ ਸੀ ਜਾਂ ਸੁਨਿਆਰ ਕਹਿੰਦੇ ਸੀ, ਪਰ ਹੁਣ ਇਹਨਾਂ ਨੂੰ ਬੈਂਕਰ ਕਹਿੰਦੇ ਨੇ। ਤੇ ਰੌਥਚਾਈਲਡ ਇਸ ਪਲਾਨ ਦੇ ਮਾਲਕ ਨੇ। ਤੇ ਅੱਜ ਦੇ ਸਮੇਂ ਬੈਂਕਰ ਦਾ ਧਰਮ ਲਾਲਚ ਹੁੰਦਾ ਹੈ, ਮਤਲਬ ਲੋਕਾਂ ਨੂੰ ਬੇਵਕੂਫ ਬਣਾਉਂਦਾ ਹੈ। ਤੇ ਜੇਕਰ ਆਪਾਂ ਅੱਜ 100 ਰੁਪਿਆ RBI ਨੂੰ ਦਈਏ ਤੇ ਕਹੀਏ ਕਿ ਸਾਨੂੰ ਇਸ ਦੇ ਬਦਲੇ ਸੋਨਾ ਚਾਂਦੀ ਦੇ, ਤਾਂ ਉਹ ਕਹੇਗਾ ਕਿ ਜਾ ਕੇ ਦੁਕਾਨ ਤੋਂ ਲੈ ਲੈ। ਮਤਲਬ ਸਾਡੇ ਪੈਸੇ ਦਾ ਕੋਈ ਅਸਲੀ ਮਤਲਬ ਨਹੀਂ, ਦੁਕਾਨ ਤੋਂ ਤਾਂ ਇੱਕ ਵਸਤੂ ਦੇ ਤੌਰ ਤੇ ਖਰੀਦਿਆ ਜਾਵੇਗਾ। ਪਰ ਕੁਝ ਸਾਲਾਂ ਪਹਿਲਾਂ ਬੈਂਕ ਤੋਂ ਇਹ ਸਭ ਕੁਝ ਲਿਆ ਜਾ ਸਕਦਾ ਸੀ। ਮਤਲਬ ਨੋਟ ਦੇ ਪਿੱਛੇ ਕੋਈ ਅਸਲੀ ਵੈਲਿਊ ਨਹੀਂ ਅੱਜ ਦੇ ਸਮੇਂ ਵਿੱਚ। ਉਸ ਸਮੇਂ ਨੋਟ ਦੇ ਪਿੱਛੇ ਅਸਲੀ ਵੈਲਿਊ ਸੋਨਾ ਹੁੰਦਾ ਸੀ। ਮਤਲਬ ਜਿਸ ਬੈਂਕ ਕੋਲ ਨੋਟ ਛਾਪਣੇ ਦਾ ਅਧਿਕਾਰ ਹੈ ਉਹ ਬੈਂਕ ਰਾਜਾ ਹੈ ਤੇ ਜਨਤਾ ਉਸ ਦੀ ਗੁਲਾਮ। ਪਰ ਜੇਕਰ ਆਪਾਂ ਇਸ ਚੀਜ਼ ਦਾ ਸ਼ੁਰੂਆਤੀ ਇਤਿਹਾਸ ਦੇਖੀਏ ਤਾਂ 1880 ਤੋਂ 1913 ਤੱਕ ਅਮਰੀਕਾ ਦੇ ਅੰਦਰ ਇਸ ਤਰ੍ਹਾਂ ਨਹੀਂ ਹੁੰਦਾ ਸੀ। ਤੇ ਉਸ ਸਮੇਂ ਫਰਾਂਸ ਵਿੱਚ ਆਪਣੀ ਕਰੰਸੀ ਸੀ, ਅਮਰੀਕਾ, ਇਟਲੀ ਸਭ ਕੋਲ ਆਪਣੀ ਆਪਣੀ ਕਰੰਸੀ ਹੁੰਦੀ ਸੀ। ਅੱਜ ਤੋਂ 100 ਸਾਲ ਪਹਿਲਾਂ ਇਹ ਸਿਸਟਮ ਚੱਲਦਾ ਸੀ, ਪਰ 1944 ਤੋਂ ਪਹਿਲਾਂ ਇਹ ਸਿਸਟਮ ਨਹੀਂ ਸੀ ਕਿ $1 ਬਰਾਬਰ ਇੰਨੇ ਰੁਪਏ ਤੇ ਇੰਨੇ ਪਾਉਂਡ। ਇਹ ਸਭ 1944 ਤੋਂ ਬਾਅਦ ਆਇਆ। ਤੇ ਦੂਜੇ ਦੇਸ਼ ਨਾਲ ਵਪਾਰ ਕਰਨ ਲਈ ਸਿਰਫ ਸੋਨਾ ਚਾਹੀਦਾ ਹੁੰਦਾ ਸੀ, ਅੱਜ ਵਾਂਗ ਨੋਟ ਨਹੀਂ ਚੱਲਦੇ ਸੀ। ਤੇ ਅੱਜ ਜੇਕਰ ਕੋਈ ਵੀ ਚੀਜ਼ ਖਰੀਦਦੇ ਆ ਤਾਂ ਉਹ ਡਾਲਰ ਦੇ ਰੇਟ ਦੇ ਹਿਸਾਬ ਨਾਲ ਤੈਅ ਕੀਤੀ ਜਾਂਦੀ ਹੈ ਹਰ ਇੱਕ ਦੇਸ਼ ਦੀ ਕਰੰਸੀ ਦੇ ਵਿੱਚ। ਸੋ ਇਹ ਕਿਉਂ ਕੀਤੀ ਜਾਂਦੀ ਹੈ? ਰੁਪਈਏ ਨਾਲ ਕਿਉਂ ਨਹੀਂ ਕੀਤੀ ਜਾਂਦੀ? ਪਾਉਂਡ ਨਾਲ ਕਿਉਂ ਨਹੀਂ ਕੀਤੀ ਜਾਂਦੀ? ਕਿਉਂਕਿ ਡਾਲਰ ਬਾਦਸ਼ਾਹ ਬਣ ਗਿਆ ਹੈ। ਉਹ ਕਿਉਂ ਬਣ ਗਿਆ, ਕਿਵੇਂ ਬਣ ਗਿਆ, ਇਸ ਬਾਰੇ ਅੱਜ ਆਪਾਂ ਗੱਲ ਕਰ ਰਹੇ ਹਾਂ। 1913 ਵਿੱਚ ਫੈਡਰਲ ਰਿਜ਼ਰਵ ਐਕਟ ਦੀ ਸ਼ੁਰੂਆਤ ਹੋਈ ਜੋ ਕਿ ਇੱਕ ਬੈਂਕ ਹੀ ਸੀ। ਤੇ ਤੁਹਾਨੂੰ ਦੱਸ ਦਈਏ ਕਿ ਇਹ ਉਹ ਬੈਂਕ ਨਹੀਂ ਹੈ ਜੋ ਆਪਣੇ ਇੱਥੇ ਖੁੱਲਿਆ ਹੋਇਆ। ਸੋ ਨਾਮ ਸੇਮ ਹੋਣ ਕਾਰਨ ਕਿਤੇ ਤੁਸੀਂ ਭੁਲੇਖਾ ਨਾ ਖਾ ਜਿਓ। ਆਪਣੇ ਵਾਲਾ ਇੱਕ ਸਿਰਫ ਬੈਂਕ ਹੈ ਪਰ ਉਹ ਫੈਡਰਲ ਰਿਜ਼ਰਵ ਐਕਟ ਹੈ। ਮਤਲਬ ਜਿਵੇਂ ਆਪਣੇ RBI ਦੇ ਅੰਡਰ ਸਾਰੇ ਬੈਂਕ ਆਉਂਦੇ ਨੇ, ਉਦਾਂ ਉੱਥੇ ਫੈਡਰਲ ਰਿਜ਼ਰਵ ਦੇ ਅੰਡਰ ਸਾਰੇ ਬੈਂਕ ਆਉਂਦੇ ਨੇ। ਤੇ ਜੋ ਵੀ ਰੂਲ ਫੋਲੋ ਹੁੰਦੇ ਨੇ ਇੱਥੋਂ ਤੱਕ ਕਿ RBI ਤੱਕ ਵੀ ਉਹਨਾਂ ਦੇ ਹੀ ਰੂਲ ਫੋਲੋ ਕਰਦੇ ਨੇ, ਕਿਉਂਕਿ ਦੁਨੀਆ ਵਿੱਚ ਕਨਸੈਪਟ ਹੀ ਉਹ ਲੈ ਕੇ ਆਏ ਸੀ। ਤੇ ਸ਼ੁਰੂਆਤ ਕਰਨ ਲਈ ਕੋਈ ਬਹੁਤ ਜ਼ਿਆਦਾ ਲੋਕਾਂ ਦੀ ਸਹਿਮਤੀ ਦੀ ਲੋੜ ਨਹੀਂ ਸੀ। ਰੌਥਚਾਈਲਡ, ਰੌਕਾਫੈਲਰ ਤੇ ਮੌਰਗਨ ਇਹਨਾਂ ਤਿੰਨਾਂ ਨੇ ਰਲ ਕੇ ਮੀਟਿੰਗ ਕੀਤੀ ਤੇ ਰਾਤੋਂ ਰਾਤ ਫੈਡਰਲ ਬੈਂਕ ਦੀ ਸ਼ੁਰੂਆਤ ਕਰ ਦਿੱਤੀ। ਸੋ ਇਹਨਾਂ ਤਿੰਨਾਂ ਵਿੱਚ ਕਿੰਨੀ ਤਾਕਤ ਹੋਵੇਗੀ ਕਿ ਇੱਕ ਰਾਤ ਵਿੱਚ ਇਹਨਾਂ ਨੇ ਬੈਂਕ ਬਣਾ ਦਿੱਤਾ। ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਅਮਰੀਕਾ ਦੀ ਸਰਕਾਰ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਤੁਸੀਂ ਸਾਡੇ ਨਾਲ ਜੁੜੋ ਤੇ ਸਾਨੂੰ ਇੱਕ ਬਾਉਂਡ ਬਣਾ ਕੇ ਦਿਓ ਕਿ ਅਸੀਂ ਬੈਂਕ ਬਣਾਉਣ ਜਾ ਰਹੇ ਹਾਂ, ਅਸੀਂ ਪ੍ਰਾਈਵੇਟ ਬੈਂਕਰ ਹਾਂ ਤੇ ਅਸੀਂ ਨੋਟ ਛਾਪਾਂਗੇ। ਜੇਕਰ ਤੁਹਾਨੂੰ ਨੋਟ ਚਾਹੀਦੇ ਤਾਂ ਸਾਨੂੰ ਬਾਉਂਡ ਬਣਾ ਕੇ ਦਿਓ, ਕਿਸੇ ਕਾਗਜ਼ ਤੇ ਲਿਖ ਕੇ ਦਿਓ, ਕਿਉਂਕਿ ਅਮਰੀਕਾ ਨੂੰ ਇਹ ਸਾਰਾ ਪੈਸਾ ਅਗਲੇ ਸਾਲ ਦੇਣਾ ਪੈਣਾ ਸੀ ਵਾਪਸ। ਤੇ ਉਸ ਦਾ ਵਿਆਜ ਵੀ, ਬੇਸ਼ੱਕ ਉਹ ਸੋਨੇ ਵਿੱਚ ਹੋਵੇ ਜਾਂ ਡਾਲਰ ਵਿੱਚ। ਮਤਲਬ ਕੁੱਲ ਮਿਲਾ ਕੇ ਵਿਆਜ ਦੇ ਨਾਲ ਪੈਸਾ ਵਾਪਸ ਲੈਣਾ ਸੀ। ਤੇ ਇਸ ਤਰ੍ਹਾਂ ਫਿਰ ਉਹਨਾਂ ਨੂੰ ਮਨਜ਼ੂਰੀ ਮਿਲ ਗਈ ਤੇ ਫਿਰ ਉਹਨਾਂ ਨੇ ਆਪਣੀਆਂ ਵੀ ਕਈ ਪਾਲਿਸੀਆਂ ਲਿਆਂਦੀਆਂ। ਤੇ 1914 ਵਿੱਚ ਫਿਰ ਇੱਕ ਬਹੁਤ ਵੱਡਾ ਯੁੱਧ ਕਰਵਾਇਆ ਗਿਆ ਜਿਸ ਦਾ ਨਾਮ ਸੀ ਵਰਲਡ ਵਾਰ 1 ਤੇ ਇਹ ਯੂਰਪੀਅਨ ਦੇਸ਼ਾਂ ਵੱਲੋਂ ਸ਼ੁਰੂ ਕੀਤਾ ਗਿਆ ਸੀ, ਜਿਸ ਕਾਰਨ ਯੂਰਪੀਅਨ ਦੇਸ਼ ਬਹੁਤ ਲਾਚਾਰ ਹੋ ਗਏ ਸੀ। ਤੇ ਹੁਣ ਯੂਰਪੀਅਨ ਦੇਸ਼ਾਂ ਨੂੰ ਕੱਚਾ ਸਮਾਨ ਚਾਹੀਦਾ ਹੁੰਦਾ ਸੀ ਤੇ ਅਮਰੀਕਾ ਇਹਨਾਂ ਨੂੰ ਸਮਾਨ ਵੇਚਦਾ ਸੀ ਤੇ ਬਦਲੇ ਵਿੱਚ ਇਹਨਾਂ ਦੇਸ਼ਾਂ ਤੋਂ ਸੋਨਾ ਲੈਂਦਾ ਸੀ, ਜਿਸ ਕਾਰਨ ਅਮਰੀਕਾ ਦੀ ਇਕਨੋਮੀ ਵੱਧ ਰਹੀ ਸੀ ਕਿਉਂਕਿ ਉੱਥੋਂ ਦੀਆਂ ਕੰਪਨੀਆਂ ਨੂੰ ਖਾਣ ਪੀਣ ਤੇ ਹੋਰ ਲੋੜਵੰਦ ਚੀਜ਼ਾਂ ਲਈ ਬਾਹਰਲੇ ਲੋਕਾਂ ਤੇ, ਮਤਲਬ ਕਿ ਅਮਰੀਕਾ ਵਰਗੇ ਦੇਸ਼ਾਂ ਤੇ ਨਿਰਭਰ ਹੋਣਾ ਪੈ ਰਿਹਾ ਸੀ।
ਤੇ ਉਹਨਾਂ ਦੇ ਦੇਸ਼ਾਂ ਵਿੱਚ ਜੋ ਕੰਪਨੀਆਂ ਸੀ, ਜਿਵੇਂ ਕਿ ਕੋਈ ਛੋਟੀਆਂ-ਮੋਟੀਆਂ ਮਸ਼ੀਨਾਂ ਬਣਾਉਣ ਵਾਲੀ ਕੰਪਨੀ ਸੀ, ਹੁਣ ਉਹ ਗੋਲੀਆਂ ਤੇ ਬੰਦੂਕਾਂ ਬਣਾਉਣ ਲੱਗੀ ਸੀ। ਜੋ ਕਾਰ ਬਣਾਉਣ ਵਾਲੀਆਂ ਕੰਪਨੀਆਂ ਸੀ, ਹੁਣ ਉਹ ਟੈਂਕ ਬਣਾ ਰਹੀਆਂ ਸੀ ਜਾਂ ਇੰਜਣ ਬਣਾ ਰਹੀਆਂ ਸੀ। ਤੇ ਜਿੰਨੀ ਨੌਜਵਾਨ ਪੀੜ੍ਹੀ ਸੀ ਉਹ ਹੁਣ ਟ੍ਰੇਨਿੰਗ ਲੈਣ ਲੱਗੀ ਸੀ ਵਾਰ ਲਈ, ਮਿਲਟਰੀ ਲਈ। ਮਤਲਬ ਲੜਾਈ ਵਾਲੇ ਦੇਸ਼ਾਂ ਵਿੱਚ ਲੜਾਈ ਲਈ ਹੀ ਚੀਜ਼ਾਂ ਤਿਆਰ ਕਰਨ ਲੱਗੀ ਹਰ ਇੱਕ ਕੰਪਨੀ। ਜਿਵੇਂ ਕਿ ਕਰੋਨਾ ਦੇ ਟਾਈਮ ਤੁਸੀਂ ਹੁਣ ਦੇਖਿਆ ਹੀ ਹੈ ਕਿ ਬਿਸਕੁਟ ਬਣਾਉਣ ਵਾਲੀ ਕੰਪਨੀ ਵੀ ਸੈਨੀਟਾਈਜ਼ਰ ਬਣਾਉਣ ਲੱਗੀ ਸੀ। ਤੇ ਇਹ ਸਾਰੀਆਂ ਕੰਟਰੀਆਂ ਨੂੰ ਹੁਣ ਖਾਣ ਲਈ ਕੱਚਾ ਮਾਲ ਚਾਹੀਦਾ ਹੈ। ਮਤਲਬ ਕਿ ਜਿਵੇਂ ਉਹ ਪਹਿਲੀ ਵੀਡੀਓ ਵਿੱਚ ਅਸੀਂ ਦੱਸਿਆ ਸੀ, ਕੰਜ਼ਿਊਮਰ ਗੁੱਡਸ, ਤੇ ਹੁਣ ਉਹ ਸਾਰਾ ਸਮਾਨ ਇਹਨਾਂ ਨੂੰ ਚਾਹੀਦਾ ਸੀ ਤੇ ਅਮਰੀਕਾ ਇਹ ਸਭ ਚੀਜ਼ ਪ੍ਰੋਡਿਊਸ ਕਰ ਰਿਹਾ ਸੀ, ਉਹ ਸਭ ਨੂੰ ਇਹ ਚੀਜ਼ਾਂ ਦੇ ਰਿਹਾ ਸੀ ਤੇ ਉਹ ਵੀ ਸੋਨੇ ਦੇ ਬਦਲੇ। ਇਸ ਵਕਤ ਕੋਈ ਡਾਲਰ ਨਹੀਂ ਸੀ, ਸਿਰਫ ਸੋਨੇ ਦੇ ਬਦਲੇ ਸਮਾਨ ਦਿੱਤਾ ਜਾਂਦਾ ਸੀ। ਤੇ ਵਰਲਡ ਵਾਰ 1 ਤੋਂ ਲੈ ਕੇ ਵਰਲਡ ਵਾਰ 2 ਤੱਕ ਕੁੱਲ ਮਿਲਾ ਕੇ 30 ਸਾਲ ਹੋ ਗਏ ਸੀ ਤੇ 30 ਸਾਲ ਤੱਕ ਅਮਰੀਕਾ ਜੰਗ ਕਰਵਾ ਕੇ ਆਪਣਾ ਫਾਇਦਾ ਕਰਦਾ ਰਿਹਾ, ਬਾਕੀ ਦੇਸ਼ਾਂ ਨੂੰ ਸਮਾਨ ਭੇਜਦਾ ਰਿਹਾ ਤੇ ਇਸ ਤਰ੍ਹਾਂ ਉਹ ਸੋਨੇ ਦੇ ਬਦਲੇ ਸਮਾਨ ਲੈਂਦਾ ਸੀ। ਮਤਲਬ ਸੋਨਾ ਇਕੱਠਾ ਕਰਦਾ ਰਿਹਾ 30 ਸਾਲ ਤੱਕ। ਤੇ 1944 ਤੱਕ 30 ਸਾਲਾਂ ਵਿੱਚ ਅਮਰੀਕਾ 80% ਸੋਨੇ ਦਾ ਮਾਲਕ ਬਣ ਗਿਆ ਸੀ। ਤੇ ਹੁਣ ਗੱਲ ਕਰਦੇ ਹਾਂ ਇਹ ਸੋਨਾ ਆਇਆ ਕਿੱਥੋਂ ਸੀ। ਵੈਸੇ ਜ਼ਿਆਦਾਤਰ ਤਾਂ ਸੋਨਾ ਇਹ ਯੂਰਪੀਅਨ ਦੇਸ਼ਾਂ ਦਾ ਸੀ, ਪਰ ਉਹਨਾਂ ਦੇਸ਼ਾਂ ਨੇ ਇਹ ਸੋਨਾ ਭਾਰਤ ਸਮੇਤ ਮਿਡਲ ਈਸਟ ਤੋਂ ਲੁੱਟਿਆ ਸੀ ਤੇ ਮਿਡਲ ਈਸਟ 'ਚ ਵੀ ਜੋ ਸੋਨਾ ਆਇਆ ਸੀ ਉਹ ਵੀ ਭਾਰਤ ਤੋਂ ਹੀ ਗਿਆ ਸੀ। ਮਤਲਬ ਕੁੱਲ ਮਿਲਾ ਕੇ ਜ਼ਿਆਦਾਤਰ ਸੋਨਾ ਭਾਰਤ ਦਾ ਹੀ ਸੀ। ਤੇ ਹੁਣ ਜੇਕਰ ਅਸੀਂ ਦੇਖੀਏ 80% ਸੋਨੇ ਦਾ ਮਾਲਕ ਅਮਰੀਕਾ ਖੁਦ ਬਣ ਚੁੱਕਿਆ ਸੀ ਤੇ ਦੂਜੇ ਪਾਸੇ 1944 ਤੱਕ ਯੂਰਪ ਦਾ ਬੁਰਾ ਹਾਲ ਹੋ ਚੁੱਕਿਆ ਸੀ। ਤੇ ਫਿਰ ਅਮਰੀਕਾ ਨੇ 44 ਦੇਸ਼ਾਂ ਦੀ ਇੱਕ ਸਭਾ ਬਣਾਈ ਤੇ ਇਹ ਸਭਾ ਅਮਰੀਕਾ ਦੇ ਵਿੱਚ ਇੱਕ ਜਗ੍ਹਾ ਬ੍ਰੇਟਨ ਵੁਡਸ ਵਿੱਚ ਬੁਲਾਈ ਗਈ ਸੀ, ਕਿਉਂਕਿ ਅਮਰੀਕਾ ਵਿਕਾਸ ਦੇ ਨਾਮ ਤੇ ਬਹੁਤ ਸਕੀਮਾਂ ਲਾਉਂਦਾ ਸੀ। ਤੇ ਇਸ ਸਭਾ ਵਿੱਚ ਫਰਾਂਸ, ਜਰਮਨੀ, ਇੰਗਲੈਂਡ ਤੇ ਹੋਰ ਬਹੁਤ ਸਾਰੇ ਦੇਸ਼ ਆਏ ਸੀ ਤੇ ਇਹ ਦੇਸ਼ ਬਹੁਤ ਥੱਲੇ ਜਾ ਚੁੱਕੇ ਸੀ ਇਕਨੋਮੀ ਦੇ ਮਸਲੇ ਵਿੱਚ। ਤਾਂ ਅਮਰੀਕਾ ਨੇ ਕਿਹਾ ਕਿ ਅਸੀਂ ਤੁਹਾਡੇ ਦੇਸ਼ਾਂ ਦੀ ਮਦਦ ਕਰਾਂਗੇ ਇਕਨੋਮੀ ਉੱਤੇ ਲਿਜਾਣ ਵਿੱਚ, ਪਰ ਇਸ ਦਾ ਇੱਕੋ ਇੱਕ ਹੱਲ ਹੈ, ਸਾਰੇ ਦੇਸ਼ਾਂ ਦੀ ਇੱਕ ਕਾਮਨ ਕਰੰਸੀ ਬਣਾਈ ਜਾਵੇ ਤੇ ਉਹ ਕਾਮਨ ਕਰੰਸੀ ਡਾਲਰ ਹੋਵੇਗੀ। ਤੇ ਇੱਥੇ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੇ ਹਾਂ। ਮੰਨ ਲਓ ਫਰਾਂਸ ਦੇ ਕੋਲ 1 ਕਰੋੜ ਫਰੈਂਕ ਸੀ ਜੋ ਉੱਥੋਂ ਦੀ ਕਰੰਸੀ ਸੀ ਤੇ ਉਹਨਾਂ ਨੇ ਵਾਰ ਦੇ ਵਿੱਚ 90 ਲੱਖ ਫਰੈਂਕ ਉਡਾ ਦਿੱਤੇ ਤੇ ਉਹਨਾਂ ਦੇ ਕੋਲ ਰਿਹਾ 10 ਲੱਖ ਫਰੈਂਕ। ਤੇ ਹੁਣ ਉਹਨਾਂ ਨੇ ਦੁਬਾਰਾ ਇਕਨੋਮੀ ਚਲਾਉਣੀ ਹੈ, ਅਰਥ ਵਿਵਸਥਾ ਠੀਕ ਕਰਨੀ ਹੈ, ਲੋਕਾਂ ਨੂੰ ਰੋਜ਼ਗਾਰ ਦੇਣਾ ਹੈ ਤੇ ਉਸ ਦੇ ਲਈ ਉਹਨਾਂ ਨੂੰ ਦੁਬਾਰਾ 1 ਕਰੋੜ ਫਰੈਂਕ ਚਾਹੀਦਾ ਹੈ। ਤੇ 1 ਕਰੋੜ ਕਰਨ ਲਈ ਜੋ ਉਹਨਾਂ ਕੋਲ 10 ਲੱਖ ਫਰੈਂਕ ਆ ਉਹਨਾਂ ਨੂੰ 9 ਵਾਰੀ ਕਾਪੀ ਪੇਸਟ ਕਰਕੇ ਉਹ 1 ਕਰੋੜ ਨਹੀਂ ਬਣਾ ਸਕਦਾ। ਜੇਕਰ ਫਰਾਂਸ ਨੇ 9 ਗੁਣਾ ਮਨੀ ਸਪਲਾਈ ਇਨਕਰੀਜ਼ ਕੀਤੀ ਤਾਂ ਉੱਥੇ ਮਹਿੰਗਾਈ 900% ਦੇ ਹਿਸਾਬ ਨਾਲ ਵੱਧ ਜਾਵੇਗੀ। ਤੇ ਹੁਣ ਉਹਨਾਂ ਕੋਲ ਰਾਸਤਾ ਸੀ ਉਹ ਕਿਸੇ ਤੋਂ ਪੈਸਾ ਉਧਾਰ ਲੈ ਸਕਣ ਤੇ ਵਾਪਸ ਉਹਨਾਂ ਨੂੰ ਹੌਲੀ-ਹੌਲੀ ਦਿੰਦੇ ਰਹਿਣ। ਤੇ ਅਮਰੀਕਾ ਨੇ ਵੀ ਇਹੀ ਸਕੀਮ ਦੱਸੀ ਸੀ ਕਿ ਇੱਕ ਕਾਮਨ ਕਰੰਸੀ ਬਣਾਈ ਜਾਵੇ ਤੇ ਅਸੀਂ ਫਿਰ ਤੁਹਾਨੂੰ ਉਹ ਕਰੰਸੀ ਦਾ ਉਧਾਰ ਦੇਵਾਂਗੇ ਸਾਰੇ ਦੇਸ਼ਾਂ ਵਿੱਚ। ਤਾਂ ਫਿਰ ਫਰਾਂਸ ਤੇ ਇੰਗਲੈਂਡ ਨੇ ਕਿਹਾ ਕਿ ਡਾਲਰ ਹੀ ਕਿਉਂ? ਤਾਂ ਅਮਰੀਕਾ ਨੇ ਫਿਰ ਕਾਰਨ ਦੱਸਿਆ ਕਿ ਮੇਰੇ ਕੋਲ ਦੁਨੀਆ ਦਾ 80% ਸੋਨਾ ਹੈ। ਮਤਲਬ ਕਿ ਡਾਲਰ ਇੱਕ ਅਜਿਹੀ ਕਰੰਸੀ ਸੀ ਜਿਸ ਦਾ ਬੈਕਅਪ 80% ਸੋਨਾ ਸੀ ਤੇ ਬਾਕੀ ਦੇਸ਼ਾਂ ਨੂੰ ਮੰਨਣਾ ਪੈਣਾ ਸੀ। ਤੇ ਫਿਰ ਉਹਨਾਂ ਨੇ ਇੱਕ ਰੇਟ ਤੈਅ ਕੀਤਾ ਕਿ 35 ਡਾਲਰ ਦਾ 28 ਗ੍ਰਾਮ ਸੋਨਾ ਦਿੱਤਾ ਜਾਵੇਗਾ। ਮਤਲਬ ਪੂਰੀ ਦੁਨੀਆ ਵਿੱਚ ਕਿਸੇ ਵੀ ਕੰਟਰੀ ਵਿੱਚ ਇਸ ਦੇ ਹਿਸਾਬ ਨਾਲ ਹੀ ਦਿੱਤਾ ਜਾਵੇਗਾ। ਤੇ ਅਮਰੀਕਾ ਨੇ ਸਾਰੇ ਦੇਸ਼ਾਂ ਵਿੱਚ ਆਪਣੇ ਡਾਲਰ ਦੇ ਐਕਸਚੇਂਜ ਰੇਟ ਫਿਕਸ ਕਰ ਲਏ। ਤੇ ਉਦਾਹਰਨ ਦੇ ਤੌਰ ਤੇ ਤੁਸੀਂ ਮੰਨ ਲਓ ਕਿ ਅਮਰੀਕਾ ਵਿੱਚ 1 ਡਾਲਰ ਦਾ 1 ਗ੍ਰਾਮ ਸੋਨਾ ਮਿਲਦਾ ਹੈ ਤੇ ਭਾਰਤ ਵਿੱਚ 50 ਰੁਪਏ ਦਾ 1 ਗ੍ਰਾਮ ਸੋਨਾ ਮਿਲਦਾ ਹੈ, ਤਾਂ ਅਮਰੀਕਾ ਦਾ 1 ਡਾਲਰ ਭਾਰਤ ਦੇ 50 ਰੁਪਏ ਬਣ ਜਾਂਦੇ ਸੀ। ਮਤਲਬ ਕਿ ਡਾਲਰ ਦਾ ਰੇਟ ਕਿਵੇਂ ਫਿਕਸ ਕੀਤਾ ਗਿਆ 골ਡ ਦੇ ਹਿਸਾਬ ਨਾਲ। ਵੈਸੇ ਇਹ ਇੱਕ ਉਦਾਹਰਨ ਹੈ, ਉਸ ਸਮੇਂ ਡਾਲਰ ਤੇ ਰੁਪਈਆ ਬਰਾਬਰ ਹੀ ਸੀ। ਤੇ ਹੁਣ ਅਮਰੀਕਾ ਸਾਰੇ ਦੇਸ਼ਾਂ ਨੂੰ ਡਾਲਰ ਛਾਪ ਕੇ ਦੇਣ ਲੱਗਿਆ ਤੇ ਕਿਹਾ ਕਿ ਆਪਣੇ ਸੋਨੇ ਦੇ ਹਿਸਾਬ ਨਾਲ ਹੀ ਡਾਲਰ ਛਾਪੇਗਾ। ਮਤਲਬ ਕੱਲ ਜੇਕਰ ਕੋਈ ਦੇਸ਼ ਡਾਲਰ ਦੇ ਬਦਲੇ ਸੋਨਾ ਮੰਗੇ ਤਾਂ ਦੇ ਸਕੇ। ਤੇ 1944 ਤੋਂ ਬਾਅਦ ਅਮਰੀਕਾ, ਜਰਮਨੀ, ਫਰਾਂਸ ਤੇ ਬ੍ਰਿਟੇਨ ਨੂੰ ਡਾਲਰ ਭੇਜਣ ਲੱਗਿਆ ਤੇ ਉਸ ਸਮੇਂ ਡਾਲਰ ਪੂਰੇ ਛਪ ਕੇ ਜਾਂਦੇ ਸੀ। ਮਤਲਬ ਅੱਜ ਵਾਂਗ ਡਿਜੀਟਲ ਕੰਮ ਨਹੀਂ ਸੀ ਕਿ ਕੰਪਿਊਟਰ ਵਿੱਚ ਸੈੱਟ ਕੀਤਾ ਤੇ ਚਲੋ ਜੀ ਇੰਨੇ ਪੈਸੇ ਸੈਂਡ ਹੋ ਗਏ। ਉਸ ਵਕਤ ਸਾਰੇ ਨੋਟ ਛਪ ਕੇ ਜਾਂਦੇ ਸੀ ਤੇ ਬਾਅਦ ਵਿੱਚ ਦੂਜੇ ਦੇਸ਼ਾਂ ਵਿੱਚ 1 ਡਾਲਰ ਐਕਸਚੇਂਜ ਰੇਟ ਦੇ ਹਿਸਾਬ ਨਾਲ ਬਦਲ ਹੁੰਦੇ ਸੀ ਤੇ ਅਮਰੀਕਾ ਤੋਂ ਇਹ ਡਾਲਰ ਵਿਕਾਸ ਦੇ ਨਾਮ ਤੇ ਜਾਂਦੇ ਸੀ। ਤੇ ਅਮਰੀਕਾ ਕਹਿੰਦਾ ਸੀ ਕਿ ਮੇਰੇ ਤੋਂ ਡਾਲਰ ਲੈ ਜਾਵੋ ਤੇ ਆਪਣੇ ਦੇਸ਼ ਵਿੱਚ ਵਿਕਾਸ ਕਰੋ। ਤੇ ਵਿਕਾਸ ਦੇ ਨਾਂ ਤੇ ਸਭ ਤੋਂ ਜ਼ਿਆਦਾ ਮੂਰਖ ਅਸੀਂ ਹੀ ਬਣਦੇ ਆ ਰਹੇ ਸੀ, ਕਿਉਂਕਿ ਵਿਕਾਸ ਦੇ ਨਾਂ ਤੇ ਉਹ ਪੈਸਾ ਦਿੰਦਾ ਰਹਿੰਦਾ ਸੀ ਤੇ ਉਸ ਵਕਤ ਸਾਡੀ ਕਰੰਸੀ ਡਾਲਰ ਦੇ ਬਰਾਬਰ ਹੀ ਸੀ। ਪਰ ਅੱਜ ਕਿੱਥੇ ਪਹੁੰਚ ਚੁੱਕੀ ਹੈ ਇਹ ਤੁਸੀਂ ਦੇਖ ਸਕਦੇ ਹੋ। ਮਤਲਬ ਕਿ 70 ਸਾਲਾਂ ਵਿੱਚ ਵਿਕਾਸ ਦੇ ਨਾਮ ਤੇ ਕਰਜ਼ ਲੈ ਕੇ ਰੁਪਈਏ ਨੂੰ ਨਿਚੋੜ ਕੇ ਰੱਖ ਦਿੱਤਾ ਗਿਆ ਤੇ 1955 ਤੱਕ ਅਮਰੀਕਾ ਇਸੇ ਤਰ੍ਹਾਂ ਡਾਲਰ ਭੇਜਦਾ ਰਿਹਾ। ਤੇ
ਤੇ ਇਸ ਤੋਂ ਬਾਅਦ ਫਿਰ 1955 ਵਿੱਚ ਵੀਅਤਨਾਮ ਵਾਰ ਸ਼ੁਰੂ ਹੋ ਗਿਆ, ਜੋ ਕਿ ਅਮਰੀਕਾ ਦੀ ਆਕੜ ਕਾਰਨ ਹੋਇਆ ਸੀ ਤੇ ਜਿੱਥੇ ਵਰਲਡ ਵਾਰ ਦਾ ਕੁੱਲ ਖਰਚ 200 ਬਿਲੀਅਨ ਸੀ ਤੇ ਵਰਲਡ ਵਾਰ 2 ਦਾ ਕੁੱਲ ਖਰਚ 341 ਬਿਲੀਅਨ ਸੀ ਤੇ ਇਹ ਖਰਚ ਬਹੁਤ ਸਾਰੇ ਦੇਸ਼ ਮਿਲ ਕੇ ਲੱਗੇ ਹੋਏ ਸੀ ਤਾਂ ਹੋਇਆ ਸੀ। ਪਰ ਵੀਅਤਨਾਮ ਵਾਰ ਵਿੱਚ ਇਕੱਲੇ ਅਮਰੀਕਾ ਨੇ 250 ਬਿਲੀਅਨ ਖਰਚ ਕਰ ਦਿੱਤੇ। ਪਹਿਲੇ ਸਾਲ ਕੀਤੇ, ਦੂਜੇ ਸਾਲ ਕੀਤੇ ਤੇ ਦੂਜੇ ਦੇਸ਼ਾਂ ਨੇ ਦੇਖਿਆ ਕਿ ਚਲੋ ਕਰ ਰਿਹਾ ਹੈ, ਪਰ ਤੀਜੇ ਚੌਥੇ ਵਿੱਚ ਜਾ ਕੇ ਉਹਨਾਂ ਨੂੰ ਕੁਝ ਗੜਬੜ ਲੱਗੀ, ਜਿਸ ਕਾਰਨ ਸਾਰੇ ਦੇਸ਼ ਹੈਰਾਨ ਹੋ ਗਏ ਕਿਉਂਕਿ ਅਮਰੀਕਾ ਬਹੁਤ ਜ਼ਿਆਦਾ ਪੈਸਾ ਖਰਚ ਰਿਹਾ ਸੀ। ਜਿਸ ਤੋਂ ਬਾਅਦ 1959 ਵਿੱਚ ਫਰਾਂਸ ਦੇ ਰਾਸ਼ਟਰਪਤੀ ਚਾਰਲਸ ਨੇ ਸੋਚਿਆ ਕਿ ਮਾਮਲਾ ਗੜਬੜ ਹੈ, ਕਿਉਂਕਿ 1944 ਤੋਂ ਲੈ ਕੇ 1959 ਤੱਕ ਫਰਾਂਸ ਨੂੰ ਸਿਰਫ $250 ਮਿਲੀਅਨ ਕਰਜ਼ ਦੇ ਰੂਪ ਵਿੱਚ ਦਿੱਤੇ ਸੀ ਅਮਰੀਕਾ ਨੇ, ਤੇ ਫਰਾਂਸ ਨੇ ਸੋਚਿਆ ਕਿ ਸਾਨੂੰ ਮਿਲੀਅਨ ਡਾਲਰ ਦਿੱਤੇ ਪਰ ਆਪ 1000 ਗੁਣਾ ਜ਼ਿਆਦਾ ਜੰਗਾਂ ਵਿੱਚ ਵਰਤ ਰਿਹਾ ਹੈ ਤੇ ਇਹ ਦੂਜੇ ਦੇਸ਼ਾਂ ਤੋਂ ਸਮਾਨ ਵੀ ਖਰੀਦ ਰਿਹਾ ਹੈ ਤੇ ਵਪਾਰ ਵੀ ਕਰ ਰਿਹਾ ਹੈ ਤੇ ਹੋਰ ਦੇਸ਼ਾਂ ਨੂੰ ਗੁਲਾਮ ਵੀ ਬਣਾ ਰਿਹਾ ਹੈ। ਮਤਲਬ ਇਹ ਸੋਨੇ ਤੋਂ ਕਈ ਗੁਣਾ ਜ਼ਿਆਦਾ ਡਾਲਰ ਛਾਪ ਰਿਹਾ ਹੈ ਤੇ ਛਾਪ ਕੇ ਲੜਾਈ ਦੇ ਵਿੱਚ ਉਡਾ ਰਿਹਾ ਹੈ। ਤੇ ਜਦੋਂ ਚਾਰਲਸ ਨੂੰ ਇਹ ਚੀਜ਼ ਦਾ ਪਤਾ ਲੱਗਿਆ ਤਾਂ ਉਸਨੇ ਫੈਡਰਲ ਬੈਂਕ ਤੋਂ ਆਪਣਾ ਸੋਨਾ ਵਾਪਸ ਮੰਗਿਆ। ਤਾਂ ਫੈਡਰਲ ਬੈਂਕ ਨੇ ਕਾਰਨ ਪੁੱਛਿਆ ਤਾਂ ਚਾਰਲਸ ਨੇ ਕਿਹਾ ਕਿ ਬਸ ਹੁਣ ਬਹੁਤ ਹੋ ਗਿਆ, ਮੈਨੂੰ ਮੇਰਾ ਸੋਨਾ ਚਾਹੀਦਾ ਹੈ। ਤੇ ਜਿਸ ਤੋਂ ਬਾਅਦ ਉਹਨਾਂ ਨੇ ਉਸ ਨੂੰ ਸੋਨਾ ਦੇਣਾ ਸ਼ੁਰੂ ਕਰ ਦਿੱਤਾ ਤੇ 1959 ਵਿੱਚ ਸੋਨਾ ਲਿਆ, 60 ਚ ਲਿਆ, ਫਿਰ 61 ਚ ਮੰਗਿਆ, ਫਿਰ 62 ਚ ਮੰਗਿਆ ਤੇ ਇਸ ਤਰ੍ਹਾਂ ਲੈਂਦੇ 65 ਤੱਕ ਉਸਨੇ ਆਪਣਾ ਪੂਰਾ ਸੋਨਾ ਲੈ ਲਿਆ। ਤੇ ਜਿਸ ਤੋਂ ਬਾਅਦ ਚਾਰਲਸ ਨੇ ਫਰਾਂਸ ਦੇ ਇੱਕ ਚੈਨਲ ਤੇ ਪੂਰਾ ਇੰਟਰਵਿਊ ਦਿੱਤਾ ਤੇ ਅਮਰੀਕਾ ਦਾ ਭਾਂਡਾ ਫੋੜ ਦਿੱਤਾ ਤੇ ਕਿਹਾ ਕਿ ਅਮਰੀਕਾ ਦੇਸ਼ਾਂ ਨੂੰ ਗੁਲਾਮ ਬਣਾਉਣ ਵਿੱਚ ਫਿਰਦਾ ਹੈ। ਪਰ ਉਸ ਵਕਤ ਲੋਕਾਂ ਨੂੰ ਗੱਲ ਸਮਝ ਨਹੀਂ ਆਈ ਤਾਂ ਵੈਸੇ ਅੱਜ ਤੱਕ ਵੀ ਨਹੀਂ ਹੈ ਤੇ ਕਈਆਂ ਨੂੰ ਹਜੇ ਵੀ ਨਹੀਂ ਆਉਣੀ। ਤੇ ਚਾਰਲਸ ਨੇ 1965 ਤੱਕ ਅਮਰੀਕਾ ਦੇ ਸੋਨੇ ਦਾ 50% ਹਿੱਸਾ ਲੈ ਲਿਆ ਸੀ ਤੇ ਉਸ ਤੋਂ ਬਾਅਦ 1970 ਵਿੱਚ ਚਾਰਲਸ ਦੀ ਇੱਕ ਭੇਦ ਭਰੀ ਹਾਲਤ ਵਿੱਚ ਮੌਤ ਹੋ ਗਈ ਸੀ, ਜਿਸ ਦਾ ਸ਼ੱਕ ਅਮਰੀਕਾ ਤੇ ਵੀ ਕੀਤਾ ਗਿਆ। ਤੇ ਇਸ ਤੋਂ ਬਾਅਦ ਜਰਮਨੀ, ਬ੍ਰਿਟੇਨ ਤੇ ਹੋਰ ਦੇਸ਼ ਵੀ ਆਪਣਾ ਸੋਨਾ ਵਾਪਸ ਮੰਗਾਉਣ ਲੱਗੇ, ਜਦ ਕਿ 50% ਸੋਨਾ ਤਾਂ ਅਮਰੀਕਾ ਦਾ ਪਹਿਲਾਂ ਹੀ ਮੁੱਕ ਗਿਆ ਸੀ। ਤੇ ਹੁਣ ਬੈਂਕਾਂ ਨੂੰ ਪਤਾ ਲੱਗਿਆ ਕਿ ਕੁੱਲ ਸੋਨੇ ਤੋਂ 12 ਗੁਣਾ ਜ਼ਿਆਦਾ ਡਾਲਰ ਕਰੰਸੀ ਮਾਰਕੀਟ ਵਿੱਚ ਘੁੰਮ ਰਹੀ ਹੈ ਤੇ ਜੇਕਰ ਉਹ ਕਰੰਸੀ ਲੈ ਕੇ ਲੋਕ ਮੰਗਣ ਆ ਗਏ ਤਾਂ ਇੰਨਾ ਸੋਨਾ ਅਮਰੀਕਾ ਤੋਂ ਦਿੱਤਾ ਨਹੀਂ ਜਾਣਾ, ਕਿਉਂਕਿ ਇੰਨਾ ਸੋਨਾ ਹੈ ਹੀ ਨਹੀਂ। ਉਹਨਾਂ ਨੇ 12 ਗੁਣਾ ਜ਼ਿਆਦਾ ਕਰੰਸੀ ਬਣਾ ਲਈ ਸੀ। ਤੇ ਹੁਣ ਫੈਡਰਲ ਬੈਂਕ ਮਤਲਬ ਰੌਥਸ਼ਾਇਲਡ ਉਹਨਾਂ ਨੇ 15 ਅਗਸਤ 1971 ਨੂੰ ਅਮਰੀਕਾ ਦੇ ਰਾਸ਼ਟਰਪਤੀ ਰਿਚਰਡ ਤੋਂ ਇੱਕ ਸਪੀਚ ਬੁਲਵਾਈ, ਜਿਸ ਵਿੱਚ ਕਿਹਾ ਕਿ ਅਮਰੀਕਾ ਦੇ ਵਿਕਾਸ ਲਈ ਹੁਣ ਅਸੀਂ ਡਾਲਰ ਦੇ ਬਦਲੇ ਸੋਨਾ ਨਹੀਂ ਦੇਵਾਂਗੇ। ਤੇ ਉਹ ਸਪੀਚ ਵਿੱਚ ਭਾਰੀ ਸ਼ਬਦ ਬੋਲ ਕੇ ਉਸ ਨੇ ਸਾਰੇ ਦੇਸ਼ਾਂ ਨੂੰ ਸੋਨਾ ਦੇਣ ਤੋਂ ਮਨਾ ਕਰ ਦਿੱਤਾ ਤੇ ਇਸ ਗੱਲ ਦਾ ਬਹੁਤ ਵਿਵਾਦ ਵੀ ਹੋਇਆ, ਪਰ ਕੋਈ ਵੀ ਦੇਸ਼ ਉਹਨਾਂ ਦੇ ਖਿਲਾਫ ਨਹੀਂ ਜਾ ਸਕਿਆ। 1972 ਤੋਂ 1973 ਤੱਕ ਇਹ ਖਬਰਾਂ ਟੀਵੀ ਤੇ ਬਹੁਤ ਚੱਲੀਆਂ, ਮਤਲਬ ਮੀਡੀਆ ਇਹ ਦਿਖਾਉਂਦਾ ਸੀ ਕਿ ਮੀਟਿੰਗਾਂ ਚੱਲ ਰਹੀਆਂ ਨੇ, ਇਸ ਚੀਜ਼ ਤੇ ਗੱਲਬਾਤ ਹੋ ਰਹੀ ਹੈ, ਕਿਉਂਕਿ ਮੀਡੀਆ ਰੌਥਸ਼ਾਇਲਡ ਉਹਨਾਂ ਦੇ ਹੱਥ ਵਿੱਚ ਹੀ ਸੀ। ਤੇ ਇਸ ਤੋਂ ਬਾਅਦ ਜੇਕਰ ਦੇਖੀਏ ਅਮਰੀਕਾ ਦੇ ਕੋਲ ਡਾਲਰ ਦੇ ਬੈਕਅਪ ਵਿੱਚ ਕੋਈ ਜ਼ਿਆਦਾ ਸੋਨਾ ਨਹੀਂ ਸੀ। ਹੁਣ ਇਸ ਤੋਂ ਬਾਅਦ ਇੱਕ ਅਗਲੇ ਸਟੈਪ ਵੱਲ ਚੱਲਦੇ ਹਾਂ, ਮਤਲਬ ਇਸ ਤੋਂ ਬਾਅਦ ਉਸਨੇ ਆਪਣਾ ਡਾਲਰ ਕਿਸ ਚੀਜ਼ ਤੇ ਖੜਾ ਰੱਖਣਾ ਸੀ। ਤੇ ਹੁਣ ਗੱਲ ਕਰਦੇ ਹਾਂ 1973 ਵਿੱਚ ਹੈਨਰੀ ਨਾਮ ਦਾ ਸਟੇਟ ਸੈਕਟਰੀ ਤੇ ਰਿਚਰਡ ਦੋਨੋਂ ਮਿਲ ਕੇ ਸਾਊਦੀ ਅਰਬ ਗਏ ਤੇ ਉੱਥੋਂ ਦੇ ਕਿੰਗ ਨੂੰ ਕਿਹਾ ਕਿ ਤੁਸੀਂ ਤੇਲ ਕਿਸ ਦੇ ਬਦਲੇ ਵੇਚਦੇ ਹੋ, ਤਾਂ ਕਿੰਗ ਨੇ ਕਿਹਾ ਕਿ ਸੋਨੇ ਦੇ ਬਦਲੇ, ਤਾਂ ਇਹਨਾਂ ਨੇ ਕਿਹਾ ਕਿ ਹੁਣ ਡਾਲਰ ਦੇ ਬਦਲੇ ਵੇਚੋ। ਤਾਂ ਫਿਰ ਕਿੰਗ ਨੇ ਕਿਹਾ ਕਿ ਡਾਲਰ ਦੇ ਬਦਲੇ ਤਾਂ ਵੇਚ ਦਵਾਂਗੇ, ਪਰ ਉਸ ਦੇ ਬਦਲੇ ਵੇਚਣ ਨਾਲ ਸਾਨੂੰ ਕੀ ਫਾਇਦਾ। ਤਾਂ ਅਮਰੀਕਾ ਨੇ ਕਿਹਾ ਕਿ ਅਸੀਂ ਤੁਹਾਨੂੰ ਹਥਿਆਰ ਦੇਵਾਂਗੇ ਤੇ ਤੁਹਾਡੇ ਤੇਲ ਦੇ ਖੂਹਾਂ ਦੀ ਸੁਰੱਖਿਆ ਲਈ ਫੌਜ ਦੇਵਾਂਗੇ ਤੇ ਇਜ਼ਰਾਈਲ ਤੋਂ ਤੁਹਾਨੂੰ ਸਪੈਸ਼ਲ ਸੁਰੱਖਿਆ ਦਵਾਵਾਂਗੇ। ਇਜ਼ਰਾਈਲ ਤੋਂ ਸੁਰੱਖਿਆ ਦਾ ਮਤਲਬ ਅਮਰੀਕਾ ਦਾ ਇਜ਼ਰਾਈਲ ਨਾਲ ਇੱਕ ਵਧੀਆ ਸੰਬੰਧ ਸੀ ਤੇ 1965 ਵਿੱਚ ਇਹਨਾਂ ਨੇ ਇਜ਼ਰਾਈਲ ਦਾ ਇੱਕ ਯੁੱਧ ਕਰਵਾਇਆ ਸੀ 6-7 ਦਿਨ ਦਾ, ਤੇ ਉਸ ਵਿੱਚ ਅਮਰੀਕਾ ਤੇ ਬੈਂਕਰਸ ਨੇ ਇਜ਼ਰਾਈਲ ਨੂੰ ਬਹੁਤ ਪਾਵਰਫੁਲ ਬਣਾ ਦਿੱਤਾ ਸੀ। ਤੇ ਜਿਸ ਤੋਂ ਬਾਅਦ ਇਜ਼ਰਾਈਲ ਨੇ ਇਹਨਾਂ ਅਰਬ ਕੰਟਰੀਆਂ ਤੇ ਪੂਰਾ ਦਬਦਬਾ ਬਣਾ ਕੇ ਰੱਖਿਆ ਹੋਇਆ ਸੀ ਤੇ ਜਿਸ ਕਾਰਨ ਇਹ ਸਾਰੇ ਡਰੇ ਹੋਏ ਸੀ ਤੇ ਜਿਸ ਤੋਂ ਉਹ ਡਰ ਰਹੇ ਸੀ ਹੁਣ ਡੀਲ ਵਿੱਚ ਉਹਨਾਂ ਨੂੰ ਉਹੀ ਸੁਰੱਖਿਆ ਲਈ ਮਿਲ ਰਹੀ ਸੀ। ਤੇ ਜਿਸ ਤੋਂ ਬਾਅਦ ਕਿੰਗ ਬਹੁਤ ਖੁਸ਼ ਹੋਇਆ ਕਿ ਸਾਨੂੰ ਸਿਰਫ ਤੇਲ ਸੋਨੇ ਦੇ ਬਦਲੇ ਡਾਲਰ 'ਚ ਵੇਚਣਾ ਹੈ ਤੇ ਉਸ ਦੇ ਬਦਲੇ ਸਾਨੂੰ ਕਿੰਨਾ ਕੁਝ ਮਿਲ ਰਿਹਾ ਹੈ ਤੇ ਇੰਨਾ ਕੁਝ ਦੇਣ ਤੋਂ ਬਾਅਦ ਤੁਸੀਂ ਸਾਤੋਂ ਬਦਲੇ ਵਿੱਚ ਤੇਲ ਵੀ ਨਹੀਂ ਲੈ ਰਹੇ ਹੋ, ਸੋ ਇਹ ਡੀਲ ਡਨ ਕੀਤੀ ਜਾਵੇ। ਪਰ ਹੁਣ ਦੂਜੇ ਦੇਸ਼ਾਂ ਨੂੰ ਸੋਨੇ ਦੀ ਜਗ੍ਹਾ ਤੇ ਡਾਲਰ ਦੇਣੇ ਪੈਣੇ ਸੀ ਤੇ ਡਾਲਰ ਅਮਰੀਕਾ ਤੋਂ ਲੈਣੇ ਪੈਣੇ ਸੀ, ਮਤਲਬ ਅਮਰੀਕਾ ਦੇ ਰੇਟ ਦੇ ਹਿਸਾਬ ਨਾਲ ਚੱਲਣਾ ਪੈਣਾ ਸੀ। ਤੇ ਹੁਣ ਡੀਲ ਫਾਈਨਲ ਹੋ ਗਈ ਤੇ 1960 ਵਿੱਚ ਫਿਰ OPEC ਲਿਆਂਦਾ ਗਿਆ, ਆਰਗੇਨਾਈਜੇਸ਼ਨ ਆਫ ਪੈਟਰੋਲੀਅਮ ਐਕਸਪੋਰਟਿੰਗ ਕੰਟਰੀ, ਤੇ ਇਸ ਵਿੱਚ 5 ਦੇਸ਼ ਸੀ, ਈਰਾਨ, ਇਰਾਕ, ਕੁਵੈਤ, ਵੈਨਜ਼ੂਏਲਾ ਤੇ ਸਾਊਦੀ ਅਰਬ। ਪਰ 1970 ਤੱਕ ਇਸ ਵਿੱਚ ਨਾਈਜੀਰੀਆ, ਲੀਬੀਆ, ਸੁਡਾਨ, ਇੰਡੋਨੇਸ਼ੀਆ, ਕਤਾਰ ਤੇ UAE ਵੀ ਜੁੜ ਗਿਆ।
ਮਤਲਬ ਹੁਣ ਸਾਰੀਆਂ ਤੇਲ ਵਾਲੀਆਂ ਵੱਡੀਆਂ ਕੰਟਰੀਆਂ ਜੁੜ ਗਈਆਂ। ਮਤਲਬ 1971 ਤੱਕ ਜਿਹੜਾ ਡਾਲਰ 골ਡ ਹੁੰਦਾ ਸੀ ਤੇ 72-73 ਤੱਕ ਉਸ ਦੀ ਵੈਲਿਊ ਡਾਊਨ ਆਉਣ ਲੱਗੀ, ਖਤਮ ਹੋਣ ਲੱਗੀ ਤੇ ਪੂਰੀ ਦੁਨੀਆ ਦਾ ਪ੍ਰੈਸ਼ਰ ਵਧਣ ਲੱਗ ਗਿਆ ਸੀ ਅਮਰੀਕਾ ਦੇ ਉੱਤੇ ਤੇ 71-72 ਚ ਪੂਰੀ ਦੁਨੀਆ ਸਵਾਲ ਕਰ ਰਹੀ ਸੀ ਅਮਰੀਕਾ ਨੂੰ। ਪਰ 74 ਤੋਂ 75 ਤੱਕ ਪੂਰੀ ਤਰ੍ਹਾਂ ਡਾਲਰ ਇਕੁਅਲ ਟੂ ਤੇਲ ਹੋ ਗਿਆ। ਸੋ ਇਹਨੂੰ ਕਹਿੰਦੇ ਨੇ ਦਿਮਾਗ, ਜੋ ਅੱਜ ਤੋਂ 100 ਸਾਲ ਅੱਗੇ ਲਾ ਕੇ ਚੱਲਦਾ ਹੈ ਅਮਰੀਕਾ। ਤੇ ਜਿਸ ਤੋਂ ਬਾਅਦ ਇਹਨਾਂ ਦਾ ਮਕਸਦ ਸੀ ਕਿ ਇਹ ਸਾਰੀਆਂ ਕੰਪਨੀਆਂ ਡਾਲਰ ਦੇ ਬਦਲੇ ਤੇਲ ਵੇਚਦੀਆਂ ਜਾਣ ਤੇ ਸਾਤੋਂ ਕੋਈ ਵੀ ਸੋਨਾ ਨਾ ਮੰਗੇ ਤੇ ਸਾਡਾ ਸੋਨਾ ਸਾਡੇ ਕੋਲ ਸੁਰੱਖਿਅਤ ਰਹੇ। ਤੇ ਹੁਣ ਜੋ ਡਾਲਰ 1971 ਤੱਕ ਸੋਨੇ ਦੇ ਬਰਾਬਰ ਹੁੰਦਾ ਸੀ, ਹੁਣ ਉਹ ਤੇਲ ਦੇ ਬਰਾਬਰ ਤੋਲਿਆ ਜਾਣ ਲੱਗਾ ਤੇ 1975 ਤੋਂ ਬਾਅਦ ਪੂਰੇ ਤੌਰ ਤੇ ਡਾਲਰ ਤੇਲ ਦੇ ਬਰਾਬਰ ਹੋ ਗਿਆ। ਤੇ ਇਸ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਕਦੇ ਵੀ ਆਪਣੀ ਪਾਵਰ ਖਤਮ ਨਹੀਂ ਹੋਣ ਦਿੰਦਾ। ਜਦੋਂ ਉਸਨੇ ਦੇਖਿਆ ਕਿ ਸੋਨਾ ਸਾਡੇ ਦੇਸ਼ ਤੋਂ ਜਾਣ ਲੱਗਿਆ ਤਾਂ ਉਸਨੇ ਤੇਲ ਦੀਆਂ ਕੰਟਰੀਆਂ ਨਾਲ ਸੰਬੰਧ ਵਧੀਆ ਬਣਾ ਲਏ। ਵੈਸੇ ਤਾਂ ਇਹਨਾਂ ਲੋਕਾਂ ਨੂੰ ਪਹਿਲਾਂ ਪਤਾ ਹੁੰਦਾ ਹੈ ਕਿ ਇਦਾਂ ਦਾ ਜੇਕਰ ਕਦੇ ਸਮਾਂ ਆ ਗਿਆ ਤਾਂ ਅਗਲਾ ਸਟੈਪ ਕੀ ਹੋਵੇਗਾ, ਕਿ ਜੇਕਰ ਅੱਜ ਅਸੀਂ ਸੋਨਾ ਇਕੱਠਾ ਕਰ ਰਹੇ ਹਾਂ, ਕਿਸੇ ਵਕਤ ਲੋਕ ਵਾਪਸ ਲੈਣ ਲੱਗੇ ਤਾਂ ਅਗਲਾ ਸਟੈਪ ਕੀ ਹੋਵੇਗਾ। ਤਾਂ ਇਸ ਤਰ੍ਹਾਂ ਇਹਨਾਂ ਕੋਲ ਅਗਲਾ ਪਲਾਨ ਪਹਿਲਾਂ ਹੀ ਰੈਡੀ ਹੁੰਦਾ ਹੈ। ਤੇ ਹੁਣ ਡਾਲਰ ਦੇ ਬਦਲੇ ਤੇਲ ਵਿਕਣ ਕਾਰਨ ਅਮਰੀਕਾ ਨੂੰ ਫਾਇਦਾ ਹੁੰਦਾ ਹੈ। ਤੇ ਹੁਣ ਜੇਕਰ ਅਸੀਂ ਸੋਚੀਏ ਕਿ ਅਮਰੀਕਾ ਕੋਲ ਤਾਂ ਨੋਟ ਛਾਪਣ ਵਾਲੀ ਮਸ਼ੀਨ ਹੈ, ਉਸ ਨੂੰ ਜਿੰਨਾ ਤੇਲ ਚਾਹੀਦਾ ਉਹ ਨੋਟ ਛਾਪ ਕੇ ਲੈ ਸਕਦਾ ਹੈ, ਪਰ ਤੇਲ ਤਾਂ ਕੁਦਰਤੀ ਤੌਰ ਤੇ ਬਾਹਰ ਨਿਕਲਣਾ ਹੈ। ਤੇ ਜਦੋਂ ਸੀਰੀਆ, ਲੀਬੀਆ ਤੇ ਇਰਾਕ ਨੂੰ ਇਹ ਸਕੀਮ ਦਾ ਪਤਾ ਲੱਗਿਆ ਤਾਂ ਇਹਨਾਂ ਦੇਸ਼ਾਂ ਤੇ ਹਮਲੇ ਵੀ ਹੋਏ ਤੇ ਅੱਜ ਵੀ ਤੇਲ ਵਾਲੇ ਦੇਸ਼ ਅਮਰੀਕਾ ਦੇ ਗੁਲਾਮ ਨੇ ਤੇ ਇਹਨਾਂ ਦੇਸ਼ਾਂ ਤੇ ਹਮਲੇ ਹੁੰਦੇ ਵੀ ਰਹਿੰਦੇ ਨੇ। ਤੇ ਇਸ ਤਰ੍ਹਾਂ ਜਿਹੜਾ ਦੇਸ਼ ਬਗਾਵਤ ਕਰਦਾ ਹੈ ਉਸ ਤੇ ਹਮਲਾ ਹੁੰਦਾ ਹੀ ਹੈ। ਤੇ ਇਸ ਤਰ੍ਹਾਂ ਇਹ ਲੋਕ ਆਪਣਾ ਡਾਲਰ ਗਿਰਨ ਨਹੀਂ ਦਿੰਦੇ ਤੇ ਉਸ ਨੂੰ ਰਾਜਾ ਬਣਾ ਕੇ ਰੱਖਦੇ ਨੇ। ਸੋ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਦੀ ਨਾਲ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ। ਤੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਹੋ, ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਵੇਗਾ। ਸੋ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਬੈਲ ਦਾ ਬਟਨ ਜਰੂਰ ਦਬ ਲਿਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਥੈਂਕ ਯੂ, ਧੰਨਵਾਦ।